ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੱਚੇ ਆਪਾਂ ਨਿਊ ਚੈਪਟਰ ਕਰ ਰਹੇ ਸੀ ਜਿਹੜਾ ਜਿਹਦਾ ਨਾਮ ਸੀ ਥਿਊਰੀ ਬੇਸ ਆਫ ਅਕਾਊਂਟਿੰਗ ਐਂਡ ਆਪਾਂ ਉਹਦੇ ਕੀ ਕਰ ਰਹੇ ਸੀ, ਕਨਸੈਪਟਸ ਕਰ ਰਹੇ ਸੀ ਕਿ ਅਕਾਊਂਟਿੰਗ ਕਨਸੈਪਟਸ ਕਿਹੜੇ ਨੇ। ਠੀਕ ਹੈ, ਉਹ ਅਕਾਊਂਟਿੰਗ ਕਨਸੈਪਟਸ ਕਰਨ ਦੇ ਵਿੱਚ ਆਪਾਂ 3 ਕਨਸੈਪਟਸ ਕਰ ਲਏ ਸੀ। 4th ਕਨਸੈਪਟ ਵੀ ਵਿਲ ਡੂ ਟੂਡੇ, ਦੈਟ ਇਜ਼ ਕੋਸਟ ਕਨਸੈਪਟ। ਕੋਸਟ ਕਨਸੈਪਟ ਦੇ ਵਿੱਚ ਕੀ ਹੁੰਦਾ ਹੈ? The concept is closely related to the going concern concept. According to this concept, an asset is ordinarily recorded in the books at a price at which it was acquired, that is at its cost price। ਕਹਿੰਦਾ ਕਿ ਮੈਂ ਤੁਹਾਨੂੰ ਪਹਿਲਾਂ ਵੀ ਇਹ ਚੀਜ਼ਾਂ ਪੜ੍ਹਾ ਚੁੱਕੀ ਹਾਂ ਕਿ ਫਸਟ ਚੈਪਟਰ ਦੇ ਵਿੱਚ ਕਿ ਆਥਰ ਕਹਿ ਰਿਹਾ ਹੈ ਕਿ ਇਹਦੇ ਵਿੱਚ ਜਿਹੜਾ ਕੋਸਟ ਕੰਸੈਪਟ ਦੇ ਵਿੱਚ ਮਤਲਬ ਇਹ ਆ ਕਿ ਜਿਹੜਾ ਤੁਸੀਂ ਕੋਈ ਵੀ ਐਸਟ ਖਰੀਦਿਆ ਵਾ, ਕੋਈ ਵੀ ਚੀਜ਼ ਖਰੀਦੀ ਆ, ਜਿਹੜੀ ਚੀਜ਼ ਖਰੀਦੀ ਆ ਉਹਦੀ ਭਾਵੇਂ ਹੁਣ ਤੁਸੀਂ ਭਾਵੇਂ ਲੱਖ ਰੁਪਏ ਦੀ ਉਦੋਂ ਖਰੀਦੀ ਪਰ ਅੱਜ ਉਹਦੀ ਵੈਲਿਊ 1.5 ਲੱਖ ਰੁਪਈਆ ਹੋ ਗਈ ਆ, ਬਟ ਤੁਸੀਂ ਉਹਦੀ ਕਿਹੜੀ ਵੈਲਿਊ ਲਿਖੋਗੇ? ਜਿਹੜੀ ਵੈਲਿਊ 'ਤੇ ਤੁਸੀਂ ਉਹਨੂੰ ਬਾਏ ਕੀਤਾ ਸੀ। ਜਿੰਨੇ 'ਤੇ ਬਾਏ ਕੀਤਾ ਸੀ 1 ਲੱਖ ਦੇ ਬਾਏ ਕੀਤਾ ਸੀ ਅਤੇ ਉਹਦੀ ਵੈਲਿਊ ਵੀ ਬੁੱਕਸ ਦੇ ਵਿੱਚ ਕਿੰਨੀ ਵੈਲਿਊ ਲਿਖੋਗੇ? 1 ਲੱਖ। ਜਾਂ 1 ਲੱਖ ਦਾ ਬਾਏ ਕੀਤੀ ਅੱਜ ਉਹਦੀ ਵੈਲਿਊ 50,000 ਹੋ ਗਈ, ਫਿਰ ਵੀ ਉਹਦੀ ਵੈਲਿਊ ਕਿੰਨੀ ਲਿਖੋਗੇ? 1 ਲੱਖ ਹੀ। ਜਿੰਨੇ 'ਤੇ ਪ੍ਰੋਡਕਟ ਤੁਸੀਂ ਬਾਏ ਕੀਤਾ ਸੀ, ਜਿੰਨੇ 'ਤੇ ਐਸਟ ਤੁਸੀਂ ਬਾਏ ਕੀਤਾ ਸੀ, ਉਨੀ ਹੀ ਵੈਲਿਊ ਤੁਸੀਂ ਲਿਖੋਗੇ। The cost serves the basis for the accounting of this assets during the subsequent period. This cost should not be confused with value। ਕਹਿੰਦਾ ਵਾ ਕਿ ਤੁਸੀਂ cost ਨੂੰ value ਦੇ ਨਾਲ confuse ਨਾ ਹੋਇਓ। ਵੇਖਿਓ ਕਿਉਂ? ਕਿਉਂਕਿ it must be remembered that the real worth of the asset changes from time to time. It does not mean that the value of such an asset is wrongly recorded in the books। ਕਹਿੰਦਾ ਵਾ ਕਿ cost ਤੇ value, cost ਦਾ ਮਤਲਬ ਹੁੰਦਾ ਜਿੰਨੇ ਤੋਂ ਤੁਸੀਂ ਉਹ ਚੀਜ਼ ਨੂੰ ਬਾਏ ਕੀਤਾ। ਵੈਲਿਊ ਦਾ ਮਤਲਬ ਇਹ ਆ ਕਿ ਵਿਦ ਪੈਸੇਜ ਆਫ ਟਾਈਮ ਉਹਦੀ ਕਿੰਨੀ ਵੈਲਿਊ ਚੇਂਜ ਹੁੰਦੀ ਗਈ। ਠੀਕ ਹੈ, ਕਿ ਅੱਜ ਤੋਂ 2 ਸਾਲ ਬਾਅਦ ਜਦੋਂ ਬਾਏ ਕੀਤੇ ਉਸ ਤੋਂ ਬਾਅਦ 1 ਸਾਲ ਬਾਅਦ ਉਹਦੀ ਕਿੰਨੀ ਵੈਲਿਊ ਹੋ ਗਈ, ਉਸ ਤੋਂ ਬਾਅਦ 2 ਸਾਲ ਉਹਦੀ ਵੈਲਿਊ ਕਿੰਨੀ ਹੋ ਗਈ। ਕਹਿੰਦਾ ਕਿ ਕੋਸਟ ਦਾ ਮਤਲਬ ਜਿੰਨੇ ਤੋਂ ਤੁਸੀਂ ਬਾਏ ਕੀਤਾ, ਅਤੇ ਵੈਲਿਊ ਦਾ ਮਤਲਬ ਇਹ ਆ ਕਿ ਜਦੋਂ ਉਹਦੀ ਜਿਹੜੀ ਵੈਲਿਊ ਆ ਚੇਂਜ ਹੁੰਦੀ ਗਈ ਵਿਦ ਪੈਸੇਜ ਆਫ ਟਾਈਮ। ਦੇਖੋ ਹੁਣ ਉਹਨੇ ਕੀ ਕਿਹਾ ਵਾ ਕਿ ਜਦੋਂ ਆਪਾਂ ਤੁਸੀਂ ਵੈਲਿਊ ਦੇ ਨਾਲ ਉਹਨੂੰ ਰਿਲੇਟ ਕਰਦੇ ਜੋ ਕਿ ਅੱਜ ਉਹਦੀ ਇੰਨੀ ਵੈਲਿਊ ਹੋ ਗਈ ਆ, ਦੈਟ ਮੀਨਸ ਕਿ ਤੁਸੀਂ ਆਪਣੀਆਂ ਬੁੱਕਸ ਦੇ ਵਿੱਚ ਉਹਨੂੰ ਕੀ ਕਰਨ ਦੇ ਜੋ ਅਕਾਊਂਟਸ ਕੀ ਬਣਾਉਂਦੇ ਜੋ ਗਲਤ ਬਣਾਉਂਦੇ ਜੋ। ਹਮੇਸ਼ਾ ਤੁਸੀਂ ਆਪਣੀ ਬੁੱਕਸ ਦੇ ਵਿੱਚ ਕਿਹੜੀ ਚੀਜ਼ 'ਤੇ ਲਿਖਣਾ ਵਾ? ਕੋਸਟ 'ਤੇ ਲਿਖਣਾ ਕਿ ਕਿੰਨੇ ਤੋਂ ਤੁਸੀਂ ਚੀਜ਼ ਨੂੰ ਬਾਏ ਕੀਤਾ। ਦੇਖੋ is wrongly recorded in the books. The book value of the assets are recorded does not reflect their real value. They do not signify that the value noted therein are the values for which they can be sold. So the assets are recorded in the books at cost। ਕਿ ਐਸਟ ਜਿਹੜਾ ਵਾ ਹਮੇਸ਼ਾ ਕਹਿੰਦੇ ਆ ਕਿ ਕਾਹਦੇ ਉੱਤੇ ਲਿਖਣਾ ਕਰਨਾ ਚਾਹੀਦਾ? ਕੋਸਟ ਦੇ ਉੱਤੇ ਕਰਨਾ ਚਾਹੀਦਾ। ਇਨ ਕੋਰਸ ਆਫ ਟਾਈਮ ਦੇ ਬਿਕਮ ਰਿਡਿਊਸਡ ਇਨ ਵੈਲਿਊ ਔਨ ਅਕਾਊਂਟ ਆਫ ਡੈਪਰੀਸੀਏਸ਼ਨ ਚਾਰਜ। ਅਤੇ ਓਬਵੀਅਸਲੀ ਇੱਕ ਗੱਲ ਇਹ ਵੀ ਆ, ਕੋਈ ਵੀ ਐਸਟ ਆ ਉਹਦੀ ਕਦੀ ਵੀ ਵੈਲਿਊ ਵੱਧਦੀ ਨਹੀਂ ਆ। ਜਿੱਦਾਂ ਵੇਖੋ ਲੈਂਡ ਆ, ਲੈਂਡ ਦੀ ਵਧੂਗੀ, ਬਟ ਜੇ ਤੁਸੀਂ ਮੰਨ ਕੇ ਚਲੋ ਮਸ਼ੀਨਰੀ ਆ, ਕੋਈ ਵੀ ਮਸ਼ੀਨਰੀ ਉਹਦੀ ਵੈਲਿਊ ਹਮੇਸ਼ਾ ਕੀ ਹੋਊਗੀ? ਘਟੂਗੀ। ਅੱਜ ਤੁਸੀਂ 1 ਲੱਖ ਦਾ ਬਾਏ ਕੀਤਾ, ਉਹਨੂੰ 2 ਦਿਨਾਂ ਬਾਅਦ ਵੀ ਤੁਸੀਂ ਵੇਚਣ ਜਾਓਗੇ ਨਾ, ਉਹਨੇ 1 ਲੱਖ ਨਹੀਂ ਤੁਹਾਨੂੰ ਦੇਣਾ। ਗੱਡੀ ਸ਼ੋਰੂਮ 'ਚੋਂ ਲੈਣ ਜਾਂਦੇ ਜੋ 1 ਲੱਖ ਦੀ ਜਾਂ 5 ਲੱਖ ਦੀ ਗੱਡੀ ਬਾਏ ਕੀਤੀ, ਜਦੋਂ ਤੁਸੀਂ ਸ਼ੋਰੂਮ 'ਚੋਂ ਉਤਾਰਤੀ ਤਾਂ ਉਹਦੀ ਵੈਲਿਊ ਉਸੇ ਵੇਲੇ ਕੀ ਹੋਣੀ? ਡਿਕਰੀਜ਼ ਹੋਣੀ। ਕਿਉਂ? ਕਿਉਂਕਿ ਤੁਹਾਨੂੰ ਪਤਾ ਨਾ ਬਿਕੋਜ਼ ਆਫ ਡੈਪਰੀਸੀਏਸ਼ਨ। ਠੀਕ ਹੈ, ਅਤੇ ਕਹਿੰਦਾ ਹੈ ਕਿ ਹਮੇਸ਼ਾ ਜਦੋਂ ਉਹਦੀ ਵੈਲਿਊ ਜਿਹੜੀ ਆ ਘੱਟ ਜਾਂਦੀ ਹੈ, ਐਸਟ ਦੀ ਵੈਲਿਊ ਹਮੇਸ਼ਾ ਘੱਟ ਜਾਂਦੀ ਹੈ, ਦੈਟ ਮੀਨਸ ਇਹਦਾ ਇਹ ਹੋਇਆ ਕਿ ਤੁਹਾਨੂੰ ਹਮੇਸ਼ਾ ਉਹਦੀ ਕੋਸਟ 'ਤੇ ਕਿਉਂਕਿ ਤੁਸੀਂ ਕਿੰਨੇ ਦਾ ਐਸਟ ਬਾਏ ਕੀਤਾ, ਜਿੰਨੇ ਦਾ ਬਾਏ ਕੀਤਾ, ਪੈਸਾ ਜਿੰਨਾ ਪੇ ਕੀਤਾ ਉਨਾ ਹੀ ਲਿਖੋਗੇ ਨਾ। ਦੈਟ ਮੀਨਸ ਜਿੰਨਾ ਪੇ ਕੀਤਾ ਉਨੇ ਹੀ ਪੈਸੇ ਲਿਖੋਗੇ। ਅੱਜ ਭਾਵੇਂ ਉਹਦੀ ਵੈਲਿਊ ਘੱਟ ਗਈ ਆ, ਬਟ ਮੀਨਸ ਕਿ ਜਿੰਨੇ ਦਾ ਬਾਏ ਕੀਤਾ ਉਨਾ ਲਿਖੋ, ਕਿਉਂਕਿ ਤੁਹਾਡੇ ਹੱਥੋਂ ਜੋ ਪੈਸਾ ਉਨਾ ਹੀ ਗਿਆ ਨਾ। ਠੀਕ ਹੈ। In certain cases, only the assets like goodwill, when paid for, will appear in the books at cost, and when nothing is paid for, it will not appear, even though this assets exist on name on the fame created by a concern। ਉਹੀ ਗੱਲ ਹੋ ਗਈ ਨਾ। ਗੁੱਡਵਿਲ ਕੀ ਹੁੰਦੀ? ਰੈਪੂਟੇਸ਼ਨ ਹਮੇਸ਼ਾ ਤੁਹਾਡੀ ਇਨਕਰੀਜ਼ ਜਾਂ ਡਿਕਰੀਜ਼ ਹੁੰਦੀ। ਰੈਪੂਟੇਸ਼ਨ ਮਤਲਬ ਕਿ ਅੱਜ ਜਿੱਦਾਂ ਫੋਰ ਐਗਜ਼ਾਮਪਲ ਐਡੀਡਾਸ ਕੰਪਨੀ ਆ, ਉਹਦੀ ਅੱਜ ਮੈਂ ਬਾਏ ਕਰੂੰਗੀ ਅਤੇ ਉਹਦੀ ਕਰੋੜਾਂ ਅਰਬਾਂ ਮਿਲੀਅਨਸ ਦੇ ਵਿੱਚ ਮੈਂ ਉਹਨੂੰ ਬਾਏ ਕਰੂੰਗੀ, ਹੈ ਨਾ, ਕਿ ਰੈਪੂਟੇਸ਼ਨ ਆ। ਕਿਉਂ? ਬਟ ਜੇ ਉਹਦੇ ਪ੍ਰੋਡਕਟ ਇੰਨੇ ਜ਼ਿਆਦਾ ਮਾੜੇ ਹੋ ਜਾਣ, ਅੱਜ ਤੋਂ 2 ਸਾਲ ਬਾਅਦ ਉਹਨੂੰ ਕੋਈ ਵੀ ਪ੍ਰੋਡਕਟ ਨੂੰ ਲਾਈਕ ਨਾ ਕਰੇ, ਦੈਟ ਮੀਨਸ ਉਹਦੀ ਰੈਪੂਟੇਸ਼ਨ ਡਾਊਨ ਹੋ ਗਈ। ਜਦੋਂ ਮੈਂ ਉਹਨੂੰ ਖਰੀਦਣ ਜਾਊਂਗੀ ਤਾਂ ਮੈਨੂੰ ਬਹੁਤ ਸਸਤੇ ਰੇਟ 'ਚ ਮਿਲ ਜਾਣਗੇ। ਠੀਕ ਹੈ ਜੀ। ਸੋ ਕਹਿੰਦਾ ਵਾ ਕਿ ਜਦੋਂ ਤੁਸੀਂ ਗੁੱਡਵਿਲ ਆ, ਦੇਖੋ ਜਦੋਂ ਕਹਿੰਦਾ ਵਾ ਕਿ ਤੁਸੀਂ ਬਾਏ ਕਰਨੀ ਆ ਜਾਂ ਪੇਡ ਕੀਤੀ, ਪੈਸਾ ਪੇ ਕੀਤਾ ਗੁੱਡਵਿਲ ਉੱਤੇ, ਤੁਸੀਂ ਹਮੇਸ਼ਾ ਉਹਨੂੰ ਕੋਸਟ 'ਤੇ ਲਿਖੋਗੇ ਕਿੰਨੀ ਕੋਸਟ 'ਤੇ ਤੁਸੀਂ ਬਾਏ ਕੀਤੀ। ਬਟ ਜੇ ਤੁਸੀਂ ਉਹਦੇ ਉੱਤੇ ਵੇਖੋ, ਕਹਿੰਦਾ ਕਿ ਨਥਿੰਗ, ਤੁਸੀਂ ਉੱਦਾਂ ਹੀ ਕੁਝ ਵੀ ਨਹੀਂ ਪੇ ਕੀਤਾ। ਠੀਕ ਆ ਨਾ, ਕੋਈ ਕੰਪਨੀ ਦੇ ਵਿੱਚ ਗਏ ਜੇ ਤੁਸੀਂ ਕੁਝ ਵੀ ਨਹੀਂ ਪੇ ਕੀਤਾ, ਉਹ ਕੰਪਨੀ ਬਾਏ ਕਰ ਲਈ, ਦੈਟ ਮੀਨਸ ਉਹ ਕਦੀ ਵੀ ਚੀਜ਼ ਤੁਸੀਂ ਲਿਖੋਗੇ ਨਹੀਂ। ਠੀਕ ਆ ਜੀ। ਆਹ ਚੀਜ਼ ਫਿਰ ਉਹੀ ਬਾਰ ਕਹਿ ਰਿਹਾ ਵਾ ਕਿ ਕੋਸਟ 'ਤੇ ਲਿਖਣੀ ਹੈ। ਇੰਪਲੀਕੇਸ਼ਨ ਦੇ ਵਿੱਚ ਵੇਖੋ, ਇੰਪਲੀਕੇਸ਼ਨ ਆਫ ਦਿਸ ਕੋਸਟ ਇਜ਼ ਟੂ ਬੀ ਰਿਕਾਰਡ ਦ ਐਸੈਟਸ ਇਨ ਦ ਬੁੱਕਸ ਆਫ ਅਕਾਊਂਟ ਓਨਲੀ ਐਟ ਦ ਐਕਚੁਅਲ ਕੋਸਟ ਆਫ ਐਕੁਇਜ਼ੀਸ਼ਨ ਮਤਲਬ ਜਿੰਨੇ ਤੇ ਖਰੀਦੀ ਆ। ਫॉर एग्जाम्पल, if nothing has been paid for goodwill, it should not be shown in the books of accounts। ਕਿ ਜਦੋਂ ਤੁਸੀਂ ਗੁੱਡਵਿਲ ਮਤਲਬ ਗੁੱਡਵਿਲ ਰੈਪੂਟੇਸ਼ਨ ਕਿਸੇ ਕੰਪਨੀ ਨੂੰ, ਫॉर एग्जाम्पल
ਤੁਸੀਂ ਪਿੰਡ 'ਚ ਕਰਿਆਨਾ ਸਟੋਰ ਆ ਉਹ ਇੰਨਾ ਨਿਕੰਮਾ ਵਾ ਕਿ ਉਹ ਚੱਲਣ ਨਹੀਂ ਰਿਹਾ, ਉਹਨੇ ਤੁਹਾਨੂੰ ਫ੍ਰੀ ਆਫ ਕਾਸਟ ਦਿੱਤਾ, ਤੁਸੀਂ ਕੋਈ ਵੀ ਪੈਸਾ ਨਹੀਂ ਲਾਇਆ। ਦੈਟ ਮੀਨਸ ਤੁਸੀਂ ਪੈਸਾ ਨਹੀਂ ਦਿੱਤਾ ਉਹਨੂੰ ਕੋਈ ਵੀ, ਜਦੋਂ ਨੂੰ ਤੁਸੀਂ ਕੋਈ ਪੈਸਾ ਨਹੀਂ ਦਿੱਤਾ ਉਹਨੂੰ ਰਿਕਾਰਡ ਕਰੋਗੇ, ਕਦੀ ਵੀ ਨਹੀਂ ਰਿਕਾਰਡ ਕਰੋਗੇ। ਸਮਝ ਆ ਗਈ ਨਾ? ਬੁੱਕਸ ਦੇ ਵਿੱਚ ਜਦੋਂ ਕੋਈ ਪੈਸਾ ਹੀ ਨਹੀਂ ਪੇ ਕੀਤਾ ਉਹਨੂੰ ਰਿਕਾਰਡ ਕਿੱਦਾਂ ਕਰ ਲਓਗੇ? ਠੀਕ ਹੈ ਜੀ ਬੱਚੇ, ਦੈਟਸ ਆਲ ਫॉर ਟੂਡੇ ਬੱਚੇ। ਕਿਉਂਕਿ ਇਹ ਥੋੜ੍ਹੇ ਟੈਕਨੀਕਲ ਆ, ਮੈਂ ਤੁਹਾਨੂੰ ਇੱਕ ਇੱਕ ਕਰਕੇ ਤਾਂ ਕਰਕੇ ਸਮਝਾਉਂਦੀ ਕਿ ਤੁਹਾਨੂੰ ਛੇਤੀ ਸਮਝ ਆ ਜਾਏ। ਬਾਕੀ ਇਹ ਡੂਅਲ ਕਨਸੈਪਟ ਆਪਣੇ ਵੱਲੋਂ ਪੜ੍ਹਿਓ, ਜੇ ਤੁਹਾਨੂੰ ਸਮਝ ਆ ਜੂਗੀ ਮੈਨੂੰ ਦੱਸਿਓ ਵੀ ਤੁਹਾਨੂੰ ਸਮਝ ਆਈ ਜਾਂ ਨਹੀਂ ਆਈ। ਠੀਕ ਆ, 6ਵਾਂ ਰੈਵਨਿਊ ਰੈਕੋਗਨਾਈਜੇਸ਼ਨ ਕਨਸੈਪਟ ਉਹ ਵੀ ਪੜ੍ਹਿਓ ਇੱਕ ਵਾਰੀ, ਦੇਖਿਓ ਤੁਹਾਨੂੰ ਸਮਝ ਆਉਂਦੀ ਕਿ ਨਹੀਂ ਆਉਂਦੀ। ਦੈਟਸ ਆਲ ਫॉर ਟੂਡੇ।